हेलो फ्रेंड्स, दिस इज हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੀਐਸਈਬੀ ਕਲਾਸ 12th ਜਨਰਲ ਇੰਗਲਿਸ਼ ਸੈਕਸ਼ਨ ਸੀ ਦੇ ਜਿੰਨੇ ਵੀ ਚੈਪਟਰਸ ਹੈਗੇ ਹਨ ਉਹਨਾਂ ਦੇ ਇੰਪੋਰਟੈਂਟ ਸ਼ਾਰਟ ਕੁਐਸਚਨ ਆਨਸਰਸ। ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇੰਪੋਰਟੈਂਟ ਸ਼ਾਰਟ ਕੁਐਸਚਨ ਆਨਸਰਸ ਕੀਤੇ ਹਨ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਲੌਂਗ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਸ ਦੀ ਅਲੱਗ ਤੋਂ ਵੀਡੀਓ ਬਣਾਈ ਹੈ ਤੇ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ताकि नवीं वीडियोस आप सारे समय से प्राप्त हो सकन। आओ शुरू करते हैं। ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਚੈਪਟਰ ਦ ਸਕੂਲ ਫॉर ਸਿੰਪੈਥੀ, ਜਿਸ ਦੇ ਰਾਈਟਰ ਹਨ ਈਵੀ ਲੁਕਾਸਟਰੀ। ਤੇ ਰਾਈਟਰ ਦਾ ਨਾਮ ਆਪ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ, ਇਸ ਦਾ ਵੀ ਕੁਐਸਚਨ ਹੈ ਉਹ ਆ ਸਕਦਾ ਹੈ। ਤੇ ਪਹਿਲਾ ਕੁਐਸਚਨ ਹੈ, व्हाट डज द ऑथर टेल अस अबाउट मिस बीम। ਲੇਖਕ ਸਾਨੂੰ ਮਿਸ ਬੀਮ ਦੇ ਬਾਰੇ ਕੀ ਕਹਿੰਦਾ ਹੈ। मिस बीम was a middle-aged, authoritative, kind and understanding lady। ਉਹ middle age ਸੀ, ਅੱਧ ਘੜ ਉਮਰ ਦੀ ਔਰਤ ਸੀਗੀ। authoritative ਸੀ ਮੀਨਸ ਕਿ ਥੋੜੀ ਜਿਹੀ dominating ਸੀ, authority ਰੱਖਦੀ ਸੀਗੀ। kind ਨੇਕ ਔਰਤ ਵੀ ਸੀਗੀ ਤੇ understanding ਵੀ ਸੀਗੀ, ਦੂਜਿਆਂ ਦੀ ਗੱਲ ਨੂੰ ਸਮਝਦੀ ਸੀ। what was the real aim of Miss Beam school। ਤੇ ਉਸ ਦੇ ਸਕੂਲ ਦਾ ਮੇਨ ਏਮ ਕੀ ਸੀ, ਮੁੱਖ ਉਦੇਸ਼ ਕੀ ਸੀ। The real aim of Miss Beam's school was to instill thoughtfulness, humanity and good citizenship among the students। ਕਿ ਬੱਚਿਆਂ ਵਿੱਚ ਥੋਟਫੁਲਨੈਸ ਵੀ, ਉਹ ਵਿਚਾਰਸ਼ੀਲ ਹੋ ਜਾਣ, ਹਿਊਮੈਨਿਟੀ ਚੰਗੇ ਮਨੁੱਖ ਬਣ ਜਾਣ ਤੇ ਉਹ ਚੰਗੇ ਨਾਗਰਿਕ ਬਣ ਜਾਣ, ਤੇ ਇਹ ਉਹ ਬੱਚਿਆਂ ਨੂੰ ਬਣਾਉਣਾ ਚਾਹੁੰਦੀ ਸੀ। ਵਾਈ ਡਿਡ ਦ ਆਥਰ ਫੀਲ ਸੌਰੀ ਫॉर ਸਮ ਆਫ ਦ ਚਿਲड्रन। ਕਿ ਆਥਰ ਨੂੰ ਸੌਰੀ ਫੀਲ ਕਿਉਂ ਹੋ ਰਿਹਾ ਸੀਗਾ ਕੁਝ ਬੱਚਿਆਂ ਨੂੰ ਦੇਖ ਕੇ। ਤਾਂ ਆਥਰ ਫੈਲਟ ਸੌਰੀ ਫॉर them because they do not looked healthy and active। the author thought they were physically handicapped। ਤੇ ਉਹ ਹੈਲਦੀ ਨਹੀਂ ਲੱਗ ਰਹੇ ਸੀਗੇ ਤੇ ਐਕਟਿਵ ਵੀ ਨਹੀਂ ਲੱਗ ਰਹੇ ਸੀਗੇ ਤੇ ਉਹ ਹੈਂਡੀਕੈਪ ਲੱਗ ਰਹੇ ਸੀਗੇ ਤੇ ਲੇਖਕ ਨੂੰ ਇਹ ਲੱਗਿਆ ਵੀ ਉਹ ਬੱਚੇ ਹੈਂਡੀਕੈਪਡ ਹੈ। were the children playing in the ground really physically handicapped। ਕਿ ਉਹ ਸੱਚਮੁੱਚ physically handicapped ਸੀਗੇ। no, the children were not physically handicapped। ਨਹੀਂ, ਉਹ handicapped ਨਹੀਂ ਸੀਗੇ। why were the children acting to be blind, deaf and lame। ਤੇ ਉਹ handicap ਵਰਗਾ ਕਿਉਂ ਐਕਟ ਕਰ ਰਹੇ ਸੀਗੇ। the children were acting to be blind, deaf and lame to understand and experience the misfortune of physically handicapped persons। ਵੀ ਤਾਂ ਕਿ ਉਹ ਸਮਝ ਪਾਣ ਕਿ ਜਿਹੜਾ ਹੈਂਡੀਕੈਪ ਪਰਸਨ ਹੁੰਦਾ ਤੇ ਉਸ ਨੂੰ ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। what is the educative value of blind, deaf or a lame। ਦੇ blind ਹੁੰਦਾ ਜਿਸ ਨੂੰ ਦਿਖਾਈ ਨਹੀਂ ਦਿੰਦਾ ਤੇ deaf ਹੁੰਦਾ ਜਿਸ ਨੂੰ ਸੁਣਾਈ ਨਹੀਂ ਦਿੰਦਾ, lame ਹੁੰਦਾ ਜੋ ਚੰਗੀ ਤਰ੍ਹਾਂ ਚੱਲ ਨਹੀਂ ਸਕਦਾ, ਤੇ ਉਹਨਾਂ ਦਿਨਾਂ ਦੀ ਕੀ ਵੈਲਿਊ ਸੀ। on these days students get an idea of discomfort of physically handicapped persons and they develop a feeling of sympathy towards such people। ਤੇ ਉਸ ਦਿਨ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ, ਸਟੂਡੈਂਟਸ ਨੂੰ ਪਤਾ ਲੱਗਦਾ ਹੈ ਵੀ ਜਿਹੜੇ ਹੈਂਡੀਕੈਪ ਪਰਸਨਸ ਹੁੰਦੇ ਨੇ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਵਿੱਚ ਸਿੰਪਥੀ, ਦਇਆ ਦੀ ਭਾਵਨਾ ਆ ਜਾਂਦੀ ਹੈ। which day was most difficult for children। ਬੱਚਿਆਂ ਵਾਸਤੇ ਸਭ ਤੋਂ ਮੁਸ਼ਕਿਲ ਦਿਨ ਕਿਹੜਾ ਸੀ। the blind day was most difficult for children। blind day ਸੀਗਾ ਸਭ ਤੋਂ ਜ਼ਿਆਦਾ ਮੁਸ਼ਕਿਲ ਸੀਗਾ। who did Miss Beam led the author to। Miss Beam author ਨੂੰ ਕਿੱਧਰ, ਲੇਖਕ ਨੂੰ ਕਿੱਧਰ ਲੈ ਕੇ ਗਈ। Miss Beam led the author to a girl whose eyes were bandaged। ਉਹ ਉਸ ਕੁੜੀ ਕੋਲ ਲੈ ਗਈ ਜਿਸ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਸੀ। how did the girl with bandaged eyes feel on her blind day। ਤੇ ਉਸ ਕੁੜੀ ਨੂੰ blind day ਦੇ ਦਿਨ ਕਿਹੋ ਜਿਹਾ ਫੀਲ ਹੋ ਰਿਹਾ ਸੀਗਾ। she felt that she is going to be hit by something every moment। ਤੇ ਉਸਨੂੰ ਇਹ ਲੱਗ ਰਿਹਾ ਸੀਗਾ ਵੀ ਉਸ ਦੀ ਕਿਸੇ ਚੀਜ਼ ਨਾਲ ਟੱਕਰ ਹੋ ਸਕਦੀ ਹੈ, ਕਦੇ ਵੀ ਟੱਕਰ ਹੋ ਸਕਦੀ ਹੈ। what does the girl tell the author about her guides। ਤੇ ਜਿਹੜੀ ਉਹ ਕੁੜੀ ਆਪਣੇ ਗਾਈਡਸ ਬਾਰੇ, ਜੋ ਕਿ ਬਲਾਈਂਡ ਡੇ ਦੇ ਦਿਨ ਉਸ ਨੂੰ ਗਾਈਡ ਕਰਦਾ ਤੇ ਉਹਨਾਂ ਬਾਰੇ ਕੀ ਕਹਿੰਦੀ ਹੈ। she told the author that her guides were pretty good but they are not as careful as she would be on her turn। ਕਿ ਉਹ ਬਹੁਤ ਹੀ ਵਧੀਆ ਸਨ ਪਰ ਉਹ ਇੰਨੇ ਜ਼ਿਆਦਾ ਵਧੀਆ ਨਹੀਂ ਜਿੰਨੀ ਉਹ ਹੁੰਦੀ ਹੈ, ਉਨੀ ਜ਼ਿਆਦਾ ਕੇਅਰ, ਬਟ ਉਹ ਇੰਨੇ ਜ਼ਿਆਦਾ ਕੇਅਰਫੁਲ ਨਹੀਂ ਸਨ ਜਿੰਨੀ ਉਹ ਆਪਣੀ ਬਾਰੇ ਵਿੱਚ ਕੇਅਰਫੁਲ ਹੁੰਦੀ ਹੈ। what according to the girl which bandaged eyes is almost a fun। ਤੇ ਉਸ ਨੂੰ ਕਿਹੜੀ ਗੱਲ ਹੈ ਉਹ ਫਨ ਲੱਗਦੀ ਸੀਗੀ ਉਸ ਕੁੜੀ ਨੂੰ। ਫਨ ਮੀਨਸ ਕਿ ਐਂਟਰਟੇਨਮੈਂਟ, ਮਜ਼ੇ ਵਾਲੀ ਗੱਲ ਕਿਹੜੀ ਲੱਗਦੀ ਸੀ। according to the girl having a leg tied up and hopping around a crutch is almost fun। ਕਿ ਆਪਣੇ ਪੈਰ ਨੂੰ ਬੰਨ ਲਓ ਤੇ crutch ਨਾਲ ਚੱਲੋ ਤੇ ਉਸ ਨੂੰ ਫਨ ਲੱਗਦਾ ਸੀਗਾ। what does the girl with the bandaged eyes say that her why does the girl with the bandaged eyes say that her head aches all the time on a blind day। ਤੇ ਉਹ ਇਹ ਕਿਉਂ ਕਹਿੰਦੀ ਸੀ ਵੀ ਜਿਹੜਾ ਬਲਾਈਂਡ ਡੇ ਦੇ ਦਿਨ ਉਸਦਾ ਸਾਰਾ ਦੁਖਦਾ ਰਹਿੰਦਾ। she says so because her head aches all the time from dodging things that probably aren't there। ਤੇ ਉਸਨੂੰ ਇਹ ਲੱਗਦਾ ਸੀ ਵੀ ਕੋਈ ਚੀਜ਼ ਉੱਧਰ ਪਈ ਹੋਈ ਹੈ ਪਰ ਉਹ ਚੀਜ਼ ਉੱਧਰ ਹੁੰਦੀ ਨਹੀਂ ਸੀ ਤੇ ਇਸ ਕਰਕੇ ਉਸਦਾ ਸਾਰਾ ਦਰਦ ਹੁੰਦਾ ਸੀ। what does a girl with bandaged eyes tell the author about head girl। ਤੇ ਉਸਨੇ head girl ਬਾਰੇ ਕੀ ਕਿਹਾ। she told the author that head girl's name is Millie
एंड शी इज ऑफुली डिसेंट। तो उसने क्या भी हेड गर्ल का नाम मिली है तो बहुत ज्यादा डिसेंट है। What does a girl with bandage eye say about the gardener? तो उसने गार्डनर माली दे बारे की गया। She told the author that gardener's name is Peter and he is hundreds of years old। कि उसका नाम पीटर है तो काफी जितने हो he is hundreds of year old। तो इसका मतलब है कि वो काफी ज्यादा बुढ़ा है, मीन्स ओल्ड एज का है। What made Miss Beam think that there was something in her system? तो Miss Beam ਨੂੰ ਇਸ ਤਰ੍ਹਾਂ ਕਿਉਂ ਲੱਗਿਆ ਵੀ ਉਸਦੇ ਸਿਸਟਮ ਵਿੱਚ ਕੁਝ ਹੈਗਾ? The author was sorry to leave the school. The school had taught him to share sorrows of others, so Miss Beam thought that there was something in her system। ਤੇ ਲੇਖਕ ਨੂੰ ਇਹ ਲੱਗਿਆ ਵੀ ਉਸਦੇ ਸਿਸਟਮ ਵਿੱਚ ਕੁਝ ਹੈਗਾ ਤੇ ਮੀਨਸ ਕਿ ਮਿਸ ਬੀਮ ਨੂੰ ਇਹ ਲੱਗਿਆ ਉਸਦੇ ਸਿਸਟਮ ਵਿੱਚ ਕੁਝ ਹੈਗਾ ਕਿਉਂਕਿ ਜਿਹੜਾ ਆਥਰ ਸੀਗਾ ਤੇ ਉਸਨੂੰ ਸੌਰੀ ਫੀਲ ਹੋ ਰਿਹਾ ਸੀਗਾ ਸਕੂਲ ਜਦੋਂ ਜਦੋਂ ਉਹ ਸਕੂਲ ਤੋਂ ਜਾ ਰਿਹਾ ਸੀਗਾ ਤੇ ਸਕੂਲ ਨੇ ਉਸਨੂੰ ਵੀ ਸਿਖਾ ਲੇਖਕ ਨੂੰ ਵੀ ਸਿਖਾ ਦਿੱਤਾ ਸੀਗਾ ਦੂਜਿਆਂ ਦੀ ਤਕਲੀਫਾਂ ਨੂੰ ਸ਼ੇਅਰ ਕਰਨ ਦੇ ਬਾਰੇ ਤੇ ਇਸ ਕਰਕੇ ਮਿਸ ਬੀਮ ਨੂੰ ਇਹ ਲੱਗਿਆ ਕਿ ਉਸਦੇ ਸਿਸਟਮ ਵਿੱਚ ਕੁਝ ਹੈਗਾ। ਅਗਲਾ ਚੈਪਟਰ ਹੈ ਕਮੇਲੀਅਨ ਐਂਟਨ ਚੈਕੋਵ ਜੀ ਇਸ ਦੇ ਆਥਰ ਨੇ। ਤੇ ਪਹਿਲਾ ਕੁਐਸਚਨ ਹੈ ਵਾਈ ਵਾਸ ਦ ਪੁਲਿਸ ਸੁਪਰੀਡੈਂਡੈਂਟ ਓਚੋਮੈਲੋ ਵੇਅਰ ਵਾਸ ਦ ਪੁਲਿਸ ਸੁਪਰੀਡੈਂਡੈਂਟ ਓਚੋਮੈਲੋ ਵਾਕਿੰਗ ਵਟ ਵਾਸ ਹੀ ਕੈਰਿੰਗ ਅੰਡਰ ਹਿਸ ਆਰਮ। ਤੇ ਪੁਲਿਸ ਸੁਪਰੀਡੈਂਡੈਂਟ ਓਚੋਮੈਲੋ ਕਿੱਥੇ ਜਾ ਰਿਹਾ ਸੀਗਾ ਤੇ ਉਸਦੇ ਹੱਥਾਂ ਵਿੱਚ ਕੀ ਸੀ। The police superintendent was walking across the market square। ਉਹ ਮਾਰਕੀਟ ਸਕੁਅਰ ਵਿੱਚ ਜਾ ਰਿਹਾ ਸੀਗਾ। He was carrying a parcel under his arm। ਤੇ ਉਸਦੇ ਹੱਥਾਂ ਦੇ ਵਿੱਚ ਪਾਰਸਲ ਸੀਗਾ। Who was walking after him? ਤੇ ਉਸਦੇ ਨਾਲ ਕੌਣ ਸੀ? A red hair policeman was walking after him। What was the red haired policeman carrying in his hand? से red haired policeman ਦੇ ਹੱਥਾਂ ਵਿੱਚ ਕੀ ਸੀਗੇ? He was carrying a sieve। sieve ਹੁੰਦਾ ਛੰਨੀ full of confiscated ਜ਼ਬਤ ਕੀਤੀਆਂ ਹੋਈਆਂ gooseberries in her hand। ਤੇ ਜਿਹੜੇ gooseberries ਉਹਨਾਂ ਨੇ ਜ਼ਬਤ ਕੀਤੇ ਸੀਗੇ ਤੇ ਉਹ ਉਸਦੇ ਹੱਥਾਂ ਵਿੱਚ ਸੀਗੇ। Who was chasing the dog? Dog ਦਾ ਪਿੱਛਾ ਕੌਣ ਕਰ ਰਿਹਾ ਸੀ? Rukin the goldsmith। Rukin ਨਾਂ ਦਾ ਸੁਨਿਆਰ ਡੌਗ ਦਾ ਪਿੱਛਾ ਕਰ ਰਿਹਾ ਸੀਗਾ। Why was Rukin chasing the dog? ਉਹ ਜਿਹੜਾ Rukin ਹੈ ਉਹ ਡੌਗ ਦਾ ਪਿੱਛਾ ਕਿਉਂ ਕਰ ਰਿਹਾ ਸੀਗਾ? Rukin was chasing the dog to catch it because it has bitten his finger। ਤੇ ਉਸ ਨੂੰ ਫੜਨ ਲਈ ਉਸ ਨੂੰ ਚੇਜ਼ ਕਰ ਰਿਹਾ ਸੀਗਾ ਕਿਉਂਕਿ ਉਸ ਡੌਗ ਨੇ ਉਸ ਨੂੰ ਉਸਦੇ ਫਿੰਗਰ ਨੂੰ ਬਾਈਟ ਕਰ ਦਿੱਤਾ ਸੀਗਾ। What was Rukin wearing? Rukin ਦਾ ਕੀ ਪਹਿਰਾਵਾ ਸੀ? Rukin was wearing a starched cotton shirt with an unbuttoned waistcoat। ਤੇ ਉਸ ਦਾ ਪਹਿਰਾਵਾ ਸੀ। What did Rukin display to the crowd? ਉਹ ਲੋਕਾਂ ਨੂੰ ਕੀ ਦਿਖਾ ਰਿਹਾ ਸੀਗਾ? He displayed his bleeding finger to the crowd। ਉਹ ਦਿਖਾ ਰਿਹਾ ਸੀ ਵੀ ਉਸਦੀ ਜਿਹੜੀ ਫਿੰਗਰ ਚੋਂ ਉਸਦੀ ਉਂਗਲ ਚੋਂ ਖੂਨ ਆ ਰਿਹਾ। How was Rukin's bleeding finger a flag of victory? ਜਿਹੜੀ Rukin's ਦੀ bleeding finger a flag of victory ਜਿੱਤ ਦਾ ਝੰਡਾ ਕਿਉਂ ਸੀਗੀ? Rukin's bleeding finger was a flag of victory because he hoped to get some damages through the police। ਤੇ ਉਸਨੂੰ ਉਮੀਦ ਸੀਗੀ ਵੀ ਉਸਨੂੰ ਪੁਲਿਸ ਤੋਂ ਮੁਆਵਜ਼ਾ ਮਿਲ ਜਾਏਗਾ। Why did Rukin think he must have damages? ਤੇ Rukin ਨੂੰ ਇਹ ਕਿਉਂ ਲੱਗਿਆ ਕਿ ਉਸਨੂੰ ਮੁਆਵਜ਼ਾ ਮਿਲਣਾ ਚਾਹੀਦਾ? Rukin was a working man। He had a fine work to do। ਤੇ ਉਹ working man ਸੀਗਾ ਐਕਚੁਅਲੀ ਉਹ goldsmith ਸੀਗਾ ਤੇ ਉਸਦਾ ਬੜਾ ਬਰੀਕੀ ਦਾ ਕੰਮ ਸੀਗਾ। He said he won't be able to use his finger for a week। ਤੇ ਉਸਨੇ ਕਿਹਾ ਕਿ ਹੁਣ ਮੈਂ ਇੱਕ ਹਫ਼ਤੇ ਲਈ ਆਪਣੇ ਫਿੰਗਰ ਨੂੰ ਯੂਜ਼ ਨਹੀਂ ਕਰ ਪਾਵਾਂਗਾ। The law was also on his side। ਤੇ ਕਾਨੂੰਨ ਵੀ law ਵੀ ਉਸਦੇ ਫੇਵਰ ਵਿੱਚ ਸੀਗਾ। So Rukin thought he must have damages। ਇਸ ਕਰਕੇ Rukin ਨੂੰ ਲੱਗਿਆ ਵੀ ਉਸਨੂੰ ਮੁਆਵਜ਼ਾ ਮਿਲਣਾ ਚਾਹੀਦਾ। What was Ochomello's first reaction to Rukin's complaint? ਤੇ Ochomello ਦਾ ਪਹਿਲਾ ਰਿਐਕਸ਼ਨ ਕੀ ਸੀਗਾ Rukin ਦੀ ਕੰਪਲੇਂਟ ਤੇ? He said that he would teach a lesson to the people who let their dogs run all over the place। ਉਸਨੇ ਕਿਹਾ ਵੀ ਮੈਂ ਉਹਨਾਂ ਲੋਕਾਂ ਨੂੰ ਸਬਕ ਸਿਖਾਵਾਂਗਾ ਜਿਹੜੇ ਲੋਕ ਆਪਣੇ ਡੌਗਸ ਨੂੰ ਖੁੱਲਾ ਛੱਡ ਦਿੰਦੇ ਹਨ। Why did Ochomello later refuse to take any action against the owner of the dog? ਤੇ ਉਸਨੇ ਬਾਅਦ ਵਿੱਚ ਐਕਸ਼ਨ ਲੈਣ ਤੋਂ ਮਨਾ ਕਿਉਂ ਕਰ ਦਿੱਤਾ? Ochomello refused to take any action against the owner of the dog because he was told that it was General's dog। ਤੈਨੂੰ ਜਦੋਂ ਇਹ ਕਿਹਾ ਗਿਆ ਕਿ ਉਹ ਜਨਰਲ ਦਾ ਡੌਗ ਹੈ ਤੇ ਉਸਨੇ ਐਕਸ਼ਨ ਲੈਣ ਤੋਂ ਮਨਾ ਕਰ ਦਿੱਤਾ। What was police superintendent's opinion about the biting of the dog when he came to know that it was General's dog? ਜਦੋਂ ਉਸਨੂੰ ਪਤਾ ਲੱਗਿਆ ਵੀ ਇਹ ਜਨਰਲ ਦਾ ਡੌਗ ਹੈ ਤੇ ਉਸਦਾ ਕੀ ਰਿਐਕਸ਼ਨ ਸੀਗਾ? ਤੇ he refused to believe that the dog could have bitten Rukin। He was of the opinion that a heavy and tall man could not be bitten by a little dog। ਤੇ ਉਸਨੇ ਮੰਨਣ ਤੋਂ ਮਨਾ ਕਰ ਦਿੱਤਾ ਵੀ ਜਿਹੜਾ Rukin ਕਿ ਡੌਗ ਨੇ Rukin ਨੂੰ ਕੱਟਿਆ ਤੇ ਉਸਦਾ ਇਹ ਓਪੀਨੀਅਨ ਸੀਗਾ ਕਿ ਇਹ ਜਿਹੜਾ Rukin ਆ ਹੈਵੀ ਐਂਡ ਟਾਲ ਮੈਨ ਹੈ ਤੇ ਉਸਨੂੰ ਜਿਹੜਾ ਛੋਟਾ ਜਿਹਾ ਡੌਗ ਹੈ ਕੱਟ ਨਹੀਂ ਸਕਦਾ। What did the policeman tell the superintendent about General's dog? ਤੇ ਪੁਲਿਸਮੈਨ ਨੇ ਜਨਰਲ ਦੇ ਡੌਗ ਦੇ ਬਾਰੇ ਸੁਪਰੀਡੈਂਡੈਂਟ Ochomello ਨੂੰ ਕੀ ਕਿਹਾ? The policeman told the superintendent that it was not General's dog। He said that General's dog were mostly setters। ਤੇ ਉਸਨੇ ਕਿਹਾ ਕਿ ਜਨਰਲ ਦਾ ਡੌਗ ਨਹੀਂ ਹੈ ਜਨਰਲ ਦੇ ਡੌਗ ਹੈ ਮੋਸਟਲੀ ਸੈਟਰਸ ਹੁੰਦੇ। ਸੈਟਰਸ ਹੁੰਦਾ ਇੱਕ ਪਾਰਟਿਕੂਲਰ ਕਿਸਮ ਦੇ ਡੌਗ। Who was Prohar? Prohar ਕੌਣ ਸੀਗਾ? He was General Ziglov's cook। ਉਹ ਜਨਰਲ ਦਾ ਕੁੱਕ ਸੀਗਾ।
What information did Prohar give about the dog? ਤੇ ਪ੍ਰੋਹਰ ਨੇ ਡੌਗ ਬਾਰੇ ਕੀ ਇਨਫੋਰਮੇਸ਼ਨ ਦਿੱਤੀ? ਪ੍ਰੋਹਰ said that the dog belonged to the general's brother Vladimir Ivanich ਤੇ ਜਨਰਲ ਦੇ ਬ੍ਰਦਰ ਦਾ ਡੌਗ ਸੀਗਾ। Why did the crowd laugh at Rukin at the end of the story? ਤੇ ਐਂਡ ਵਿੱਚ ਲੋਕੀ Rukin ਤੇ ਕਿਉਂ ਹੱਸੇ? The crowd laughed at Rukin because he failed to get any damages for his bleeding finger ਕਿਉਂਕਿ ਉਸਨੂੰ ਕੋਈ ਮੁਆਵਜ਼ਾ ਨਹੀਂ ਮਿਲ ਸਕਿਆ ਇਸ ਕਰਕੇ ਲੋਕ Rukin ਤੇ ਹੱਸੇ। ਅਗਲਾ ਚੈਪਟਰ ਹੈ ਬੋਲੀ ਰਾਈਟਰ ਹਨ ਕੇ ਅਬਾਸ ਤੇ ਹੁਣ ਅਸੀਂ ਕਰਦੇ ਹਾਂ ਇਸ ਕੁਐਸਚਨ ਆਨਸਰ। ਹਾਊ ਮੈਨੀ ਸਿਬਲਿੰਗਸ ਡਿਡ ਭੋਲੀ ਹੈ? ਭੋਲੀ ਦੇ ਕਿੰਨੇ ਸਿਬਲਿੰਗਸ ਸਨ? ਕਿੰਨੇ ਭੈਣ ਭਰਾ ਸਨ? ਭੋਲੀ had 6 siblings, 3 brothers and 3 sisters। ਭੋਲੀ ਦੇ 3 ਭੈਣ ਭੋਲੀ ਦੇ 3 ਭਰਾ ਸਨ 3 ਭੈਣਾਂ ਸਨ ਤੇ ਉਸਦੇ 6 ਭੈਣ ਭਰਾ ਸਨ ਤੇ ਟੋਟਲ ਉਹ 7 ਰਾਮ ਲਾਲ ਦੇ ਟੋਟਲ 7 ਬੱਚੇ ਸਨ। ਵਾਈ ਵਾਸ ਸੁਲੇਖਾ ਕਾਲਡ ਭੋਲੀ ਦਾ ਸਿੰਪਲਟਨ? ਸੁਲੇਖਾ ਨੂੰ ਭੋਲੀ ਦਾ ਸਿੰਪਲਟਨ ਸਿੱਧੀ ਸਾਦੀ ਕਿਉਂ ਕਿਹਾ ਜਾਂਦਾ ਸੀਗਾ? When Sulekha was 10 months old, she had fallen off the coat on her head. And perhaps it had damaged some part of her brain. That was why she remained a backward side and came to be known as Bhuli the Simpleton। ਤੇ ਜਦੋਂ ਸਿਰਫ 10 ਮਹੀਨਿਆਂ ਦੀ ਸੀਗੀ ਤੇ ਸਿਰ ਦੇ ਭਾਰ ਮੰਜੇ ਤੋਂ ਡਿੱਗ ਪਈ ਸੀਗੀ ਤੇ ਉਸਦੇ ਬ੍ਰੇਨ ਦਾ ਕੁਝ ਪਾਰਟ ਡੈਮੇਜ ਹੋ ਗਿਆ ਸੀਗਾ ਤੇ ਉਹ ਬੈਕਵਰਡ ਸਾਈਡ ਸੀਗਾ ਇਸ ਕਰਕੇ ਉਹਨੂੰ ਭੋਲੀ ਦਾ ਸਿੰਪਲਟਨ ਨੇ ਉਹ ਕਿਹਾ ਜਾਂਦਾ ਸੀਗਾ। What was the effect of smallpox on ਭੋਲੀ ਤੇ ਇਸ ਬਿਮਾਰੀ ਦਾ ਭੋਲੀ ਤੇ ਕੀ ਅਸਰ ਹੋਇਆ? Her entire body was disfigured with deep black pock marks ਤੇ ਉਸਦੇ ਪੂਰੀ ਬੋਡੀ ਵਿੱਚ deep black pock marks ਹੋ ਗਏ ਸਨ। Why did other children made fun of ਭੋਲੀ ਤੇ ਬਾਕੀ ਬੱਚੇ ਭੋਲੀ ਦਾ ਮਜ਼ਾਕ ਕਿਉਂ ਉਡਾਉਂਦੇ ਸਨ? The other children made fun of ਭੋਲੀ because she stammered while speaking। ਉਹ ਹਕਲਾ ਕੇ ਬੋਲਦੀ ਸੀਗੀ ਤੇ ਇਸ ਕਰਕੇ ਬਾਕੀ ਬੱਚੇ ਉਸਦਾ ਮਜ਼ਾਕ ਉਡਾਉਂਦੇ ਸਨ। Why was Ramlal worried about ਭੋਲੀ ਤੇ ਰਾਮਲਾਲ ਨੂੰ ਭੋਲੀ ਲਈ ਕਿਉਂ ਚਿੰਤਾ ਸੀਗੀ? Ramlal was worried about Bholi because she had neither good looks nor intelligence for getting married। She had pock marks on her face and she stammered while speaking। ਤੇ ਕਿਉਂਕਿ ਉਸਦੀ ਲੁੱਕਸ ਵੀ ਵਧੀਆ ਨਹੀਂ ਸਨ ਤੇ ਉਸ ਵਿੱਚ ਸਮਝ ਵੀ ਨਹੀਂ ਸੀਗੀ ਤੇ ਉਸਦੇ ਬੋਡੀ ਵਿੱਚ ਉਸਦੇ ਫੇਸ ਵਿੱਚ ਪੌਕ ਨਿਸ਼ਾਨ ਵੀ ਸੀਗੇ ਤੇ ਉਹ ਹਕਲਾ ਕੇ ਬੋਲਦੀ ਸੀ। Why did Tehsildar come to the village? ਤਹਿਸੀਲਦਾਰ ਪਿੰਡ ਵਿੱਚ ਕਿਉਂ ਆਇਆ? The Tehsildar came to the village to perform the opening ceremony of a primary school for girls। ਤੇ ਕੁੜੀਆਂ ਦੇ ਇੱਕ ਪ੍ਰਾਇਮਰੀ ਸਕੂਲ ਦੀ ਓਪਨਿੰਗ ਸੈਰੇਮਨੀ ਵਿੱਚ ਤਹਿਸੀਲਦਾਰ ਆਇਆ ਸੀਗਾ। Why did Tehsildar want Ramlal to send his daughters to school? ਤੇ ਤਹਿਸੀਲਦਾਰ ਕਿਉਂ ਚਾਹੁੰਦਾ ਸੀਗਾ ਕਿ ਰਾਮਲਾਲ ਦੇ ਜਿਹੜੀ ਕੁੜੀਆਂ ਸਕੂਲ ਵਿੱਚ ਆਣ? As a revenue official, Ramlal was a representative of the government in the village। ਤਹਿਸੀਲਦਾਰ wanted him to set an example for the villagers by sending his own girls to school। ਕਿਉਂਕਿ ਜਿਹੜਾ ਰਾਮਲਾਲ ਹੈ ਉਹ ਗਵਰਨਮੈਂਟ ਦਾ ਸਰਕਾਰ ਦਾ ਨੁਮਾਇੰਦਾ ਸੀਗਾ ਪਿੰਡ ਵਿੱਚ ਤੇ ਕਿਉਂਕਿ ਉਹ ਰੈਵਨਿਊ ਅਫੀਸ਼ੀਅਲ ਸੀਗਾ ਤੇ ਤਹਿਸੀਲਦਾਰ ਚਾਹੁੰਦਾ ਸੀਗਾ ਦੂਜੇ ਪਿੰਡ ਵਾਲਿਆਂ ਵਾਸਤੇ ਉਹ ਉਦਾਹਰਨ ਬਣੇ ਕਿ ਐਗਜ਼ਾਮਪਲ ਬਣੇ ਆਪਣੀ ਕੁੜੀਆਂ ਨੂੰ ਸਕੂਲ ਭੇਜ ਕੇ। Why did Ramlal's wife agree to send Poli but not her other daughters to the school? ਤੇ ਰਾਮਲਾਲ ਦੀ ਜਿਹੜੀ ਪਤਨੀ ਹੈ ਉਹ ਪੋਲੀ ਨੂੰ ਭੇਜਣ ਲਈ ਤਾਂ ਮੰਨ ਗਈ ਬਟ ਬਾਕੀ ਕੁੜੀਆਂ ਨੂੰ ਸਕੂਲ ਕਿਉਂ ਨਹੀਂ ਸੀ ਭੇਜਣਾ ਚਾਹੁੰਦੀ? Ramlal's wife believed that if girls go to school no one would marry them। ਤੇ ਉਸਨੂੰ ਇਹ ਲੱਗਦਾ ਸੀਗਾ ਵੀ ਜੇ ਕੁੜੀਆਂ ਸਕੂਲ ਨੂੰ ਜਾਣ ਤਾਂ ਉਹਨਾਂ ਨਾਲ ਜੇ ਕੁੜੀਆਂ ਸਕੂਲ ਜਾਣ ਤਾਂ ਉਹਨਾਂ ਨਾਲ ਕੋਈ ਵਿਆਹ ਨਹੀਂ ਕਰੇਗਾ ਬਟ ਭੋਲੀ had little chance of getting married। ਪਰ ਭੋਲੀ ਦਾ ਵਿਆਹ ਕਰਾਉਣ ਦਾ ਕੋਈ ਚਾਂਸ ਨਹੀਂ ਸੀ because ਉਸਦਾ ਅਗਲੀ ਫੇਸ ਸੀਗਾ because of her ugly face and lack of sense ਕਿ ਉਸਦਾ ਫੇਸ ਅਗਲੀ ਸੀਗਾ ਤੇ ਉਸ ਵਿੱਚ ਸੈਂਸ ਵੀ ਨਹੀਂ ਸੀ ਤੇ ਸੋ ਰਾਮਲਾਲ's wife agreed to send ਭੋਲੀ but not her other daughters to school ਤੇ ਇਸ ਕਰਕੇ ਉਹ ਭੋਲੀ ਨੂੰ ਸਕੂਲ ਭੇਜਣ ਲਈ ਮੰਨ ਗਈ। Why was Bholi glad to see so many girls of her own age at school? ਤੇ ਖੁਸ਼ ਕਿਉਂ ਹੋਈ ਬਾਕੀ ਕੁੜੀਆਂ ਨੂੰ ਦੇਖ ਕੇ ਆਪਣੀ ਉਮਰ ਦੀ ਬਾਕੀ ਕੁੜੀਆਂ ਨੂੰ ਦੇਖ ਕੇ ਸਕੂਲ ਵਿੱਚ? Bholi was glad to see so many girls of her own age at school because she hoped that one of these girls might become her friend। ਤੇ ਉਸਨੂੰ ਇਹ ਲੱਗਿਆ ਵੀ ਕੋਈ ਕੁੜੀ ਮੇਰੀ ਜਿਹੜੀ ਸਹੇਲੀ ਉਹ ਬਣ ਜਾਏਗੀ। What happened when the teacher asked Bholi her name? ਤੇ ਜਦੋਂ ਟੀਚਰ ਨੇ ਭੋਲੀ ਦਾ ਨਾਮ ਪੁੱਛਿਆ ਤਾਂ ਕੀ ਹੋਇਆ? When the teacher asked Pulli her name, she stammered and started crying। ਤੇ ਉਹ ਹਕਲਾਈ ਤੇ ਬਾਅਦ ਵਿੱਚ ਉਹ ਰੋਣ ਲੱਗ ਪਈ। Why did Pulli's parents agree to Bishambar's proposal for Pulli? ਤੇ ਬਿਸ਼ੰਬਰ ਦੇ ਪ੍ਰਪੋਜ਼ਲ ਦੇ ਲਈ ਭੋਲੀ ਦੇ ਪੇਰੈਂਟ ਕਿਉਂ ਮੰਨ ਗਏ? Pulli's parents thought that if they do not agree to Bishambar's proposal for Pulli, she may remain unmarried all her life, so they agreed to Bishambar's proposal। ਤੇ ਉਹਨਾਂ ਨੂੰ ਇਹ ਲੱਗਿਆ ਜੇ ਉਹ ਬਿਸ਼ੰਬਰ ਦੇ ਪ੍ਰਪੋਜ਼ਲ ਨੂੰ ਨਾ ਮੰਨਣ ਤਾਂ ਭੋਲੀ ਦਾ ਕਦੇ ਵਿਆਹ ਹੀ ਨਹੀਂ ਹੋਣਾ ਤੇ ਇਸ ਕਰਕੇ ਉਸਦੇ ਪ੍ਰਪੋਜ਼ਲ ਨੂੰ ਮੰਨ ਗਏ। How did ਬਿਸ਼ੰਬਰ come to wed ਭੋਲੀ? ਤੇ ਬਿਸ਼ੰਬਰ ਕਿਸ ਤਰ੍ਹਾਂ ਭੋਲੀ ਨਾਲ ਵਿਆਹ ਕਰਨ ਲਈ ਆਇਆ? ਬਿਸ਼ੰਬਰ came to wed ਭੋਲੀ with the
Big party of friends and relatives on a decorated horse led by a brass band। ਤੇ ਵੱਡੀ ਪਾਰਟੀ ਵਿੱਚ ਆਇਆ ਤੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਤੇ ਸਜੀ ਹੋਈ ਘੋੜੀ ਵਿੱਚ ਆਇਆ ਤੇ ਬ੍ਰਾਸ ਬੈਂਡ ਮੀਨਸ ਬੈਂਡ ਵਾਲੇ ਵੀ ਨਾਲ ਸਨ। Why did Bishambar demanded 5,000 rupees as dowry? ਤੇ ਉਸਨੇ ਦਾਜ ਵਜੋਂ 5,000 ਰੁਪਏ ਕਿਉਂ ਮੰਗੇ? Bishambar demanded 5,000 rupees as dowry after seeing pock marks on her on Poli's face। ਉਸਨੇ ਭੋਲੀ ਦੇ ਚਿਹਰੇ ਫੇਸ ਦੇ ਉੱਪਰ ਨਿਸ਼ਾਨ ਦੇਖੇ ਤੇ 5,000 ਰੁਪਏ ਦੀ ਮੰਗ ਕੀਤੀ ਦਾਜ ਦੇ ਰੂਪ ਵਿੱਚ। Why did Bholi refuse to marry Bishambar? ਤੇ ਭੋਲੀ ਨੇ ਬਿਸ਼ੰਬਰ ਨਾਲ ਵਿਆਹ ਕਰਨ ਲਈ ਮਨਾ ਕਿਉਂ ਕਰ ਦਿੱਤਾ? When Bishambar saw pock marks on Bholi's face, he demanded 5,000 rupees as dowry. Bholi refused to marry Bishambar because she did not want a mean, greedy and hateful coward as her husband। तो उसे मना करता क्योंकि वो चाहती नहीं सी कि कोई मतलबी लालची ते हेटफुल कावर्ड है उसका हस्बैंड बने। अगला चैप्टर है द गोल्ड फ्रेम, राइटर आर के लक्ष्मण। Where was the modern framework situated? ਤੇ ਉਹ ਦੁਕਾਨ ਕਿੱਧਰ situated ਸੀ? It was situated in empty space between a medical store and a radio repair shop। ਦਵਾਈਆਂ ਦੀ ਦੁਕਾਨ ਤੇ ਰੇਡੀਓ ਰਿਪੇਅਰ ਦੀ ਦੁਕਾਨ ਦੇ ਵਿਚਕਾਰ ਦਾ ਮਾਡਰਨ ਫਰੇਮਵਰਕ ਸੀਗੀ। Who was the owner of the modern frameworks? ਤੇ ਉਸ ਦਾ ਮਾਲਕ ਕੌਣ ਸੀਗਾ? A frame maker named Datta was the owner of the modern frameworks। ਦੱਤਾ ਨਾਂ ਦਾ frame maker ਉਸ ਦੁਕਾਨ ਦਾ ਮਾਲਕ ਸੀਗਾ। What were the what were the walls of the shops covered with? ਕਿ ਦੁਕਾਨ ਦੀਆਂ ਜਿਹੜੀ ਦੀਵਾਰਾਂ ਸਨ ਉਹ ਕਿਸ ਨਾਲ ਕਵਰਡ ਸਨ? The walls of the shop were covered with the pictures of God, saints, hockey players, children, cheap prints of Mona Lisa, national leaders, wedding couples, Urdu calligraphy sheets, and snow-clad बर्फ ਨਾਲ ਢਕਿਆ ਹੋਇਆ Japanese volcano named Fujiyama। ਤੇ ਇਹ ਵਾਲੀ ਫੋਟੋਆਂ ਦੁਕਾਨ ਤੇ ਟੰਗੀਆਂ ਹੋਈਆਂ ਸਨ। What did the customer want? ਤੇ ਕਸਟਮਰ ਨੂੰ ਕੀ ਚਾਹੀਦਾ ਸੀ? The customer wanted a photograph of his grandfather to be framed। ਉਹ ਆਪਣੇ ਦਾਦਾ ਜੀ ਦੀ ਫੋਟੋ ਨੂੰ ਫਰੇਮ ਕਰਾਉਣਾ ਚਾਹੁੰਦਾ ਸੀ। What types of frame did Datta show to the customer? ਦੱਤਾ ਨੇ ਆਪਣੇ ਕਸਟਮਰ ਨੂੰ ਕਿਸ ਟਾਈਪ ਦੇ ਫਰੇਮ ਦਿਖਾਏ? Datta showed the customer a number of frame samples। ਉਸਨੇ ਕਈ ਤਰ੍ਹਾਂ ਦੇ ਫਰੇਮ ਦਿਖਾਏ। The frames were simple ਸੀਗੇ। ਕਿਸ ਤਰ੍ਹਾਂ ਦੇ ਸੀਗੇ? Plain, decorative, floral, geometrical, thin, hefty or just enamel painted। ਤੇ ਇਸ ਤਰ੍ਹਾਂ ਦੇ ਫਰੇਮ ਸੀਗੇ। What did Datta do to help his What did Datta do to help the customer make his choice? ਦੱਤਾ ਨੇ ਕਸਟਮਰ ਦੀ ਕਿਸ ਤਰ੍ਹਾਂ ਮਦਦ ਕੀਤੀ कि वो चॉइस कर पाए। दत्ता recommended the frame with a large quantity of gold leaves and winding creepers to his customer। He told him that it had been imported from Germany। ਤੇ ਉਸਨੇ ਉਹ ਦਿਖਾਤਾ ਫਰੇਮ ਜੋ ਜਿਸ ਵਿੱਚ ਕਿ 골ਡ ਲੀਵਸ ਸਨ ਤੇ ਵੇਲਾਂ ਬੜੀਆਂ ਹੋਈਆਂ ਸਨ ਤੇ ਉਹਨੇ ਇਹ ਕਹਿਤਾ ਵੀ ਜਿਹੜਾ ਫਰੇਮ ਹੈ ਉਹ ਜਰਮਨੀ ਤੋਂ ਆਇਆ ਹੋਇਆ। What price did Datta quote for the frame selected by the customer? ਤੇ ਦੱਤਾ ਨੇ ਕੀ ਉਸਦਾ ਰੇਟ ਦੱਸਿਆ। Datta told the customer that frame, mount and glass all together would cost 17 rupees। ਉਸਨੇ ਕਿਹਾ ਕਿ ਸਾਰਾ ਫਰੇਮਿੰਗ ਵਗੈਰਾ ਕਰਕੇ ਸ਼ੀਸ਼ਾ ਲਾ ਕੇ 17 ਰੁਪਏ ਲੱਗਣਗੇ। What was Datta's experience about his customers? ਤੇ ਦੱਤਾ ਦਾ ਕੀ ਐਕਸਪੀਰੀਅੰਸ ਸੀਗਾ ਆਪਣੇ ਕਸਟਮਰਸ ਦੇ ਰਿਗਾਰਡਿੰਗ? Datta had experienced that the customers were never punctual in collecting the framed photographs। ਕਿ ਉਹ ਪੰਚੁਅਲ ਨਹੀਂ ਸਨ, ਕਦੇ ਸਮੇਂ ਸਿਰ ਨਹੀਂ ਸੀ ਆਉਂਦੇ। They either came days in advance and went away disappointed or come months later। ਤੇ ਕਈ ਵਾਰੀ ਉਹ ਜਲਦੀ ਆ ਕੇ ਉਦਾਸ ਹੋ ਕੇ ਚਲੇ ਜਾਂਦੇ ਸੀਗੇ ਤੇ ਕਈ ਕਸਟਮਰ ਤੇ ਕਈ ਮਹੀਨੇ ਬਾਅਦ ਆਉਂਦੇ ਸੀਗੇ। Some of them never turned up at all and their pictures lay unclaimed in the box। ਤੇ ਕਈ ਕਸਟਮਰ ਤੇ ਆਉਂਦੇ ਨਹੀਂ ਸੀਗੇ ਤੇ ਉਹਨਾਂ ਦੀ ਫੋਟੋਆਂ ਇੱਕ ਡੱਬੇ ਵਿੱਚ ਹੁੰਦੀਆਂ ਰਹਿੰਦੀਆਂ, ਇੱਕ ਡੱਬੇ ਵਿੱਚ ਪਈ ਰਹਿੰਦੀਆਂ ਸਨ। For whom did Datta make frames? ਦੱਤਾ ਕਿੰਨਾ ਵਾਸਤੇ ਫਰੇਮਸ ਬਣਾਉਂਦਾ ਸੀਗਾ? Datta made frames only for those who came to him and visited him twice before he actually executed their orders। ਤੇ ਉਹਨਾਂ ਵਾਸਤੇ ਫਰੇਮ ਬਣਾਉਂਦਾ ਸੀਗਾ ਜਿਹੜੇ ਕਿ ਉਸ ਕੋਲ ਘੱਟੋ ਘੱਟ 2 ਵਾਰੀ ਆ ਕੇ ਪੁੱਛ ਕੇ ਜਾਣ ਵੀ ਸਾਡਾ ਆਰਡਰ ਰੈਡੀ ਹੋ ਗਿਆ ਕਿ ਨਹੀਂ। How did the photograph get damaged? ਜੋ ਫੋਟੋਗ੍ਰਾਫ ਹੈ ਖਰਾਬ ਕਿਸ ਤਰ੍ਹਾਂ ਹੋ ਗਈ? First a tin of paint fell on the photograph and later when Datta tried to clean it got damaged। ਤੇ ਪਹਿਲਾਂ ਤੇ ਉਸ ਦੇ ਉੱਪਰ ਪੇਂਟ ਡਿੱਗ ਪਿਆ ਤੇ ਜਦੋਂ ਦੱਤਾ ਉਸ ਨੂੰ ਸਾਫ਼ ਕਰਨ ਲੱਗਿਆ ਤੇ ਉਹ ਖਰਾਬ ਹੋ ਗਈ। How did Datta try to rescue the picture? ਤੇ ਉਸਨੇ ਫੋਟੋ ਨੂੰ ਬਚਾਉਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ? Datta rubbed the picture so hard with a piece of cloth that he peeled off thin strips of filmy coating from its surface। Thus the picture was totally damaged and Datta failed to rescue it। ਤੇ ਕੀ ਹੋਇਆ ਸੀਗਾ? ਦੱਤਾ ਨੇ ਇੰਨੇ ਜ਼ੋਰ ਨਾਲ ਉਸਨੂੰ ਰੱਬ ਕੀਤਾ ਕਿ ਜਿਹੜੇ ਪਿਕਚਰ ਦੀ ਕੋਟਿੰਗ ਹੈ ਉਤਰ ਗਈ ਤੇ ਖਰਾਬ ਹੋ ਗਈ ਤੇ ਦੱਤਾ ਉਸਨੂੰ ਰੈਸਕਿਊ ਨਹੀਂ ਕਰ ਪਾਇਆ। What solution did Datta finally come up with? ਕਿ ਦੱਤਾ ਨੇ ਫਾਈਨਲੀ ਕੀ ਫੈਸਲਾ ਕੀਤਾ, ਕੀ ਸੋਲੂਸ਼ਨ ਕੱਢਿਆ? Datta thought of putting the old man's double in the gold frame to pass it on to his customer। ਤੇ ਉਸਨੇ ਇਹ ਸੋਚਿਆ ਵੀ ਉਸ ਦੇ ਕਿਸੇ ਹੋਰ ਦੀ ਫੋਟੋ ਹੈ ਉਹ ਫਰੇਮ ਕਰਕੇ ਦੇ ਦੇਗਾ, ਵੀ ਮਿਲਦੇ ਜੁਲਦੇ ਬੰਦੇ ਦੀ ਫੋਟੋ ਲਗਾ ਕੇ ਫਰੇਮ ਕਰਕੇ ਦੇ ਦੂਗਾ। However, the days that followed were filled with suspense and anxiety। ਤੇ ਅਗਲੇ ਕਈ ਦਿਨਾਂ ਵਿੱਚ
that means ਕਿ ਦੱਤਾ ਦੇ ਮਨ ਵਿੱਚ ਸਸਪੈਂਸ ਅਤੇ ਐਂਜ਼ਾਈਟੀ ਬੇਚੈਨੀ ਕਿਉਂ ਸੀਗੀ the days that followed were filled with suspense and anxiety because Datta was fearful that the replaced photograph might be detected by his customer ਤੇ ਉਸਨੂੰ ਇਹ ਡਰ ਸੀਗਾ ਕਿ ਕਸਟਮਰ ਨੂੰ ਪਤਾ ਲੱਗ ਜਾਏਗਾ ਵੀ ਇਹ ਫੋਟੋਗ੍ਰਾਫ ਕਿਸੇ ਹੋਰ ਦੀ ਹੈ what effect did the picture have on the customer ਤੇ ਕਸਟਮਰ ਤੇ ਉਸ ਦਾ ਕੀ ਪ੍ਰਭਾਵ ਪਿਆ ਉਸ ਫੋਟੋ ਦਾ the customer seemed visibly impressed by the grandeur ਦਾ ਮਤਲਬ ਹੁੰਦਾ impressiveness of the frame photograph ਤੋਂ ਕਾਫੀ ਜ਼ਿਆਦਾ impress ਹੋ ਗਿਆ he felt silent like a person he felt silent like a person if he had entered an inferior part of a temple ਤੇ ਬਿਲਕੁਲ ਚੁੱਪ ਹੋ ਗਿਆ ਇਸ ਤਰ੍ਹਾਂ ਚੁੱਪ ਹੋ ਗਿਆ ਕਿ ਜਿਵੇਂ ਇੱਕ ਮੰਦਿਰ ਦੇ ਪਵਿੱਤਰ ਥਾਂ ਵਿੱਚ ਜਿਹੜਾ ਬੰਦਾ ਜਾ ਕੇ ਸ਼ਾਂਤ ਹੋ ਜਾਂਦਾ ਤੇ ਉਸ ਤਰ੍ਹਾਂ ਉਹ ਚੁੱਪ ਸੀਗਾ what was the customer's complaint regarding the frame the customer ਦੀ complaint ਕੀ ਸੀਗੀ frame ਦੇ regarding the customer complained that Datta had given him a square frame instead of the cut mount with an oval shape ਤੇ ਇਸਨੇ ਇਹ ਕੰਪਲੇਂਟ ਕੀਤਾ ਕਿ ਕੱਟ ਮਾਊਂਟ ਤੇ ਓਵਲ ਫਰੇਮ ਵਾਲਾ ਦੇਣਾ ਸੀਗਾ ਪਰ ਉਸਨੂੰ ਸਕੁਅਰ ਫਰੇਮ ਮਿਲ ਗਿਆ ਅਗਲਾ ਹੈ the barber trade union ਤੇ ਰਾਈਟਰ ਹਨ ਮੁਲਕ ਰਾਜ ਆਨੰਦ what was the age difference between Chandu and the narrator Chandu ਦੇ ਲੇਖਕ ਦੇ ਵਿਚਕਾਰ ਕਿੰਨਾ ਡਿਫਰੈਂਸ ਸੀਗਾ ਏਜ ਦਾ Chandu was senior to the narrator by 6 months Chandu ਹੈ ਨਰੇਟਰ ਤੋਂ ਲੇਖਕ ਤੋਂ 6 ਸਾਲ ਵੱਡਾ ਸੌਰੀ 6 ਮਹੀਨੇ ਵੱਡਾ ਸੀਗਾ 6 months he was senior why did the narrator consider Chandu the embodiment of perfection for him ਤੇ ਉਸ ਨੂੰ ਪਰਫੈਕਟ ਕਿਉਂ ਮੰਨਦਾ ਸੀਗਾ ਨਰੇਟਰ ਚੰਦੂ ਨੂੰ he considered Chandu the embodiment of perfection because he could make and fly paper kites of complicated designs which the narrator could not do ਤੇ ਚੰਦੂ ਇਹ ਪੇਪਰ ਕਾਈਟ ਬਣਾ ਵੀ ਸਕਦਾ ਸੀਗਾ ਵੱਖ-ਵੱਖ ਡਿਜ਼ਾਈਨ ਦੀ ਤੇ ਉਹਨਾਂ ਨੂੰ ਉਡਾ ਵੀ ਸਕਦਾ ਸੀਗਾ ਤੇ ਲੇਖਕ ਕਾਈਟ ਬਣਾ ਵੀ ਨਹੀਂ ਸੀ ਸਕਦਾ ਉਡਾ ਵੀ ਨਹੀਂ ਸਕਦਾ ਸੀਗਾ ਇਸ ਕਰਕੇ ਉਸ ਨੂੰ ਪਰਫੈਕਟ ਮੰਨਦਾ ਸੀ why was Chandu not good at doing sums at school ਤੇ ਚੰਦੂ sums ਨੂੰ ਚੰਗੀ ਤਰ੍ਹਾਂ ਕਿਉਂ ਨਹੀਂ ਕਰ ਪਾਉਂਦਾ ਸੀਗਾ ਸਕੂਲ ਦੇ ਵਿੱਚ he was not good at doing sums because he had no time to do homework given to him by schoolmaster as he went to learn the work as a barber ਤੇ ਉਹ ਬਾਰਬਰ ਦਾ ਕੰਮ ਸਿੱਖਣ ਜਾਂਦਾ ਸੀਗਾ ਨਾਈ ਦਾ ਕੰਮ ਸਿੱਖਣ ਜਾਂਦਾ ਸੀਗਾ ਤੇ ਹੋਮਵਰਕ ਕਰਨ ਲਈ ਉਸ ਕੋਲ ਟਾਈਮ ਨਹੀਂ ਸੀ ਹੁੰਦਾ ਤੇ ਇਸ ਕਰਕੇ ਉਹ ਸਮ ਚੰਗੀ ਤਰ੍ਹਾਂ ਨਹੀਂ ਸੀ ਕਰ ਪਾਉਂਦਾ why did the narrator's mother constantly dissuade him to play with Chandu ਵੀ ਨਰੇਟਰ ਦੀ ਲੇਖਕ ਦੀ ਮਾਂ ਉਸਨੂੰ ਇਹ ਕਿਉਂ ਕਹਿੰਦੀ ਸੀ ਵੀ ਤੂੰ ਇਸ ਨਾਲ ਚੰਦੂ ਨਾਲ ਨਾ ਘੁੰਮਿਆ ਕਰ ਉਸਨੂੰ ਮਨਾ ਕਿਉਂ ਕਰਦੀ ਸੀ discourage ਕਿਉਂ ਕਰਦੀ ਸੀ ਚੰਦੂ ਨਾਲ ਘੁੰਮਣ ਦੇ ਲਈ narrator's mother dissuaded him to play with Chandu by saying that Chandu was a low caste barber son and he ought to keep the status of his caste and class ਉਹ ਕਹਿੰਦੀ ਸੀ ਵੀ ਜਿਹੜਾ ਚੰਦੂ ਹੈ low caste ਤੋਂ ਹੈ ਤੇ ਤੂੰ ਆਪਣੀ ਕਲਾਸ ਦਾ ਸਟੇਟਸ ਰੱਖਣਾ ਤੇ ਇਸ ਕਰਕੇ ਉਸਨੂੰ ਮਨਾ ਕਰਦੀ ਸੀ what does the narrator tell us about Chandu's dress ਲੇਖਕ ਨੇ ਸਾਨੂੰ ਚੰਦੂ ਦੇ ਡਰੈਸ ਦੇ ਬਾਰੇ ਕੀ ਦੱਸਿਆ the Chandu wore a pair of khaki shorts, black velvet coat and a round felt cap. The round felt cap ਤੇ ਉਸਦਾ ਪਹਿਰਾਵਾ ਸੀਗਾ what did Chandu tell the narrator about Kala Khan's appearance Kala Khan ਦੇ appearance ਦੇ ਬਾਰੇ ਦੱਸੋ Kala Khan was a young man with hair parted on one side तो ਇੱਕ ਨੌਜਵਾਨ ਸੀਗਾ ਉਸਦੇ ਵਾਲ ਇੱਕ ਪਾਸੇ ਸਨ dressed in a shirt a black coat and wonderful rubber coat ਤੇ ਉਸਦਾ ਪਹਿਰਾਵਾ ਸੀਗਾ why did Vijay Chand the landlord turn Chandu out of the house ਤੇ ਵਿਜੈ ਚੰਦ ਨੇ ਚੰਦੂ ਨੂੰ ਆਪਣੇ ਘਰ ਤੋਂ ਕਿਉਂ ਕੱਢ ਦਿੱਤਾ Vijay Chand the landlord turned Chandu out of the house because he was defiling his house with the leather bag of cow hide ਤੇ leather bag ਲੈ ਕੇ ਆਇਆ ਸੀ ਤੇ ਉਸਨੂੰ ਇਹ ਲੱਗਿਆ ਕਿ ਉਹ ਮੇਰੇ ਘਰ ਨੂੰ ਅਪਵਿੱਤਰ ਉਹ ਕਰ ਰਿਹਾ what did the Shaukar think about Chandu's wearing clothes like a doctor ਤੇ ਸ਼ਾਹੂਕਾਰ ਨੂੰ ਕੀ ਲੱਗਿਆ ਵੀ ਚੰਦੂ ਡਾਕਟਰ ਦੇ clothes ਜਦੋਂ ਡਾਕਟਰ ਦੇ ਕੱਪੜੇ ਪਾ ਕੇ ਆਇਆ ਤਾਂ ਉਸਨੂੰ ਕੀ ਲੱਗਿਆ ਤਾਂ ਸ਼ਾਹੂਕਾਰ abused him and told him to come back in his own clothes and not to wear the defiled clothes of hospital people ਤੇ ਉਸਨੂੰ ਇਹ ਕਿਹਾ ਵੀ ਤੂੰ ਆਪਣੇ ਕੱਪੜਿਆਂ ਵਿੱਚ ਆ ਤੇ ਜਿਹੜੇ ਅਪਵਿੱਤਰ ਕੱਪੜੇ hospital people ਵਾਲੇ ਉਹ ਨਾ ਪਾ why had the landlord summoned ਪੰਡਿਤ ਪਰਮਾਨੰਦ ਤੇ ਹੁਣ लैंडलॉर्ड ने जमींदार ने पंडित परमानेंट ਨੂੰ ਕਿਉਂ ਬੁਲਾਇਆ the landlord had summoned pandit permanent to discuss the unholy emergency which has arisen due to Chandu the barber wearing a doctor's dress ਕਿ ਬਾਅਦ ਚੰਦੂ ਹੈ ਉਹ ਜਿਹੜਾ ਚੰਦੂ ਡਾਕਟਰ ਦੇ ਕੱਪੜੇ ਪਾ ਕੇ ਆ ਗਿਆ ਸੀਗਾ ਤੇ ਉਹ ਉਸ ਵਾਸਤੇ ਅਨਹੋਲੀ ਅਨਪਵਿੱਤਰ ਐਮਰਜੈਂਸੀ ਸੀਗੀ ਲੈਂਡਲॉर्ड ਦੇ ਲਈ ਤੇ ਉਸ ਲਈ ਉਸਨੇ ਪੰਡਿਤ ਪਰਮਾਨੰਦ ਨੂੰ ਬੁਲਾਇਆ what type of woman was Chandu's mother Chandu ਦੀ ਮਦਰ ਕਿਸ ਤਰ੍ਹਾਂ ਦੀ ਔਰਤ ਸੀਗੀ she was an ill-tempered woman from a low caste who knew the reality of upper caste people ਤਾਂ ill tempered ਸੀਗਾ ਉਸਨੂੰ ਗੁੱਸਾ ਛੇਤੀ ਆ ਜਾਂਦਾ ਸੀਗਾ ਤੇ low caste ਤੋਂ ਸੀਗੀ ਤੇ ਉਸਨੂੰ upper caste ਦੇ ਲੋਕਾਂ ਦੀ reality ਦਾ ਸੱਚਾਈ ਦਾ ਪਤਾ ਸੀਗਾ
ਹਾਊ ਡਿਡ ਚੰਦੂਸ ਮਦਰ ਟ੍ਰੀਟ ਦ ਨਰੇਟਰ, ਚ ਚੰਦੂ ਦੀ ਜਿਹੜੀ ਮਦਰ ਹੈ ਉਹ ਲੇਖਕ ਨਾਲ ਕਿਸ ਤਰ੍ਹਾਂ ਦਾ ਵਿਹਾਰ ਸੀ, ਕਿਸ ਤਰ੍ਹਾਂ ਦਾ ਉਸਦਾ ਵਤੀਰਾ ਸੀ। she was a she was very kind to the narrator but she spoke to him in a bantering manner, ਤੇ ਉਸ ਤੋਂ ਵੈਸੇ ਤਾਂ ਕਾਈਂਡ ਸੀਗੀ ਬਟ ਉਹ ਕਈ ਵਾਰ ਉਸ ਨਾਲ ਮਖੌਲ ਵੀ ਕਰਦੀ ਸੀਗੀ, ਮੀਨਸ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮਜ਼ਾਕ ਮਖੌਲ ਕਰ ਰਹੀ ਹੈ ਨਰੇਟਰ ਦੇ ਨਾਲ। Why did Chandu decide to go on strike? ਚੰਦੂ ਹੜਤਾਲ ਤੇ ਕਿਉਂ ਗਿਆ ਤੇ ਉਸਨੇ ਹੜਤਾਲ ਤੇ ਕਿਉਂ ਜਾਣ ਦਾ ਫੈਸਲਾ ਕੀਤਾ? ਚੰਦੂ decided to go on strike because the upper caste people has insulted and abused him, ਕਿਉਂਕਿ ਉਸਦੀ ਇਨਸਲਟ ਬੇਇੱਜ਼ਤੀ ਕੀਤੀ ਗਈ ਸੀ ਤੇ ਉਸਨੂੰ ਬੁਰਾ ਭਲਾ ਕਿਹਾ ਗਿਆ ਸੀਗਾ ਤੇ ਇਸ ਕਰਕੇ ਉਹ ਹੜਤਾਲ ਤੇ ਚਲਾ ਗਿਆ। Why did Chandu decide to buy a bicycle? उसने साइकिल क्यों खरीदी? Chandu decided to buy a bicycle so that he could go to the town to shave people and earn more money, ਤੇ ताकि ਉਹ ਸ਼ਹਿਰ ਜਾ ਕੇ ਲੋਕਾਂ ਦੀ ਸ਼ੇਵਿੰਗ ਕਰਕੇ ਪੈਸੇ ਕਮਾ ਸਕੇ। Why had the men gathered in the ਸ਼ਾਹੂਕਾਰ shop? ਤੇ ਸ਼ਾਹੂਕਾਰ ਦੀ ਦੁਕਾਨ ਵਿੱਚ ਬੰਦੇ ਕਿਉਂ ਖੜੇ ਸਨ? They had gathered there around the landlord, ਤੇ landlord ਦੇ ਆਲੇ ਦੁਆਲੇ ਖੜੇ ਸਨ ਤਾਂ ਕਿ ਉਸ ਨਾਲ ਗੱਲ ਕਰ ਸਕਣ, to talk to him and seek his favors. How did the ਸ਼ਾਹੂਕਾਰ look without being trimmed by the barber? ਤੇ ਸ਼ਾਹੂਕਾਰ ਬਿਨਾਂ ਟ੍ਰਿਮ ਕੀਤੇ ਕਿਸ ਤਰ੍ਹਾਂ ਲੱਗ ਰਿਹਾ ਸੀਗਾ? The ਸ਼ਾਹੂਕਾਰ looked like a leper, ਤੋਂ ਲੈਪਰ ਵਾਂਗ ਲੱਗ ਰਿਹਾ ਸੀਗਾ, with a brown tinge of tobacco on his mustache, ਤੇ ਉਸਦੀ ਜਿਹੜੀ ਮੁੱਛਾਂ ਹੈ ਉਹ ਥੋੜੀ ਜਿਹੀ ਬਰਾਊਨਿਸ਼ ਹੋ ਗਈਆਂ ਸਨ। What jokes become popular in every home and why? ਤੇ ਕਿਹੜੇ ਜੋਕਸ ਹੈ ਮਜ਼ਾਕ ਹੈ ਤੇ ਉਹ ਪਪੂਲਰ ਹੋ ਗਏ ਸੀਗੇ ਹਰ ਘਰ ਵਿੱਚ ਤੇ ਕਿਉਂ? ਜੋਕਸ ਅਬਾਊਟ ਅਨਕਲੀਨ ਬੀਅਰਡਸ ਆਫ ਐਲਡਰਸ ਬਿਕੇਮ ਪਪੂਲਰ, ਵੀ ਜਿਹੜੇ ਐਲਡਰ ਸੀਗੇ, ਵਿਲੇਜ ਐਲਡਰ ਸੀਗੇ, ਵੱਡੇ ਸੀਗੇ ਤੇ ਉਹਨਾਂ ਦੀ ਅਨਕਲੀਨ ਬੀਅਰਡ ਹੈ, ਦਾੜੀ ਉਹ ਕਲੀਨ ਨਹੀਂ ਸੀਗੀ। ਬਿਕੇਮ ਪਪੂਲਰ ਐਸ ਚੰਦੂ ਹੈਡ ਗੋਨ ਔਨ ਸਟ੍ਰਾਈਕ, ਕਿਉਂਕਿ ਚੰਦੂ ਸਟ੍ਰਾਈਕ ਤੇ ਸੀਗਾ, ਹੜਤਾਲ ਤੇ ਸੀਗਾ। The family members of the elders laughed at their shabby appearance, ਤੇ ਉਹਨਾਂ ਦੇ ਘਰ ਵਾਲੇ ਵੀ ਉਹਨਾਂ ਤੇ ਹੱਸ ਰਹੇ ਸੀਗੇ। The landlord's young wife has even threatened to run away, ਤੇ ਲੈਂਡਲੋਰਡ ਦੀ ਜਿਹੜੀ ਵਾਈਫ ਹੈ ਉਹ ਬਹੁਤ ਮੀਨਸ ਕਿ ਉਹ ਯੰਗ ਸੀਗੀ ਤੇ ਉਸਨੇ ਕਿਹਾ ਸੀਗਾ ਕਿ ਮੈਂ ਭੱਜ ਜਾਣਾ ਤੇ ਉਸਨੇ ਉਸ ਨੂੰ ਧਮਕੀ ਦਿੱਤੀ ਸੀਗੀ ਲੈਂਡਲੋਰਡ ਨੂੰ। What was the reason of the rumor that the landlord's wife had threatened to run away with someone else's? ਤੇ ਇਸ ਦਾ ਕਾਰਨ ਕੀ ਸੀਗਾ ਕਿ ਉਸਨੇ ਧਮਕੀ ਦਿੱਤੀ ਹੈ, ਕਿ rumor ਸੀਗਾ ਕਿ ਉਸਨੇ ਧਮਕੀ ਦਿੱਤੀ ਹੈ ਤੇ ਇਸ ਦਾ ਕੀ ਕਾਰਨ ਸੀਗਾ? The reason of the rumor was that the landlord looked very shabby with unshaven beard and his wife did not like it. ਉਹ ਮੀਨਸ ਕਿ ਬਹੁਤ ਭੈੜਾ ਲੱਗ ਰਿਹਾ ਸੀਗਾ ਅਨਸ਼ੇਵਨ ਬੀਅਰਡ ਦੇ ਨਾਲ, ਦਾੜੀ ਦੇ ਨਾਲ, ਤੇ ਇਸ ਕਰਕੇ ਉਸਦੀ ਵਾਈਫ ਨੂੰ ਇਹ ਪਸੰਦ ਨਹੀਂ ਸੀਗਾ ਤੇ ਇਸ ਕਰਕੇ ਜਿਹੜੀ ਅਫਵਾਹ ਹੈ ਉਹ ਫੈਲ ਗਈ। Why did the village elders threaten ਚੰਦੂ? ਤੇ ਵਿਲੇਜ ਐਲਡਰਸ ਨੇ ਚੰਦੂ ਨੂੰ ਕਿਉਂ ਧਮਕੀ ਦਿੱਤੀ? They threatened to have him sent to prison for his offenses and ordered his mother to force him to obey them, ਤੇ ਉਹਨਾਂ ਨੇ ਥ੍ਰੈਟਨ ਕੀਤਾ, ਧਮਕੀ ਦਿੱਤੀ ਵੀ ਤੈਨੂੰ ਜੇਲ੍ਹ ਭੇਜ ਦੇਣਾ, ਤੂੰ ਬਹੁਤ ਗਲਤੀਆਂ ਕਰ ਰਿਹਾ ਤੇ ਉਸਦੀ ਮਾਂ ਨੂੰ ਕਿਹਾ ਕਿ ਇਸ ਨੂੰ ਕਹੋ ਕਿ ਇਹ ਸਾਡਾ ਕਿਹਾ ਮੰਨੇ। What name the union that gave birth to many other active trade unions in the town, ਤੇ ਕਿਹੜੀ ਯੂਨੀਅਨ ਨੇ ਹੋਰ ਵੀ ਟ੍ਰੇਡ ਯੂਨੀਅਨਸ ਨੂੰ ਜਨਮ ਦਿੱਤਾ? ਤੇ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਸ ਹੇਅਰ ਡਰੈਸਿੰਗ ਐਂਡ ਸ਼ੇਵਿੰਗ ਸੈਲੂਨ, ਤੇ ਇਹ ਸੀਗਾ ਉਸਦਾ ਨਾਮ। ਅਗਲਾ ਚੈਪਟਰ ਹੈ ਦ ਬੁੱਲ ਬੀਨੀਥ ਦ ਅਰਥ, ਤੇ ਰਾਈਟਰ ਹਨ ਕੁਲਵੰਤ ਸਿੰਘ ਵਿਰਕ, ਜਿਸ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਧਰਤੀ ਹੇਠਲਾ ਬਲਦ, ਇਸ ਪਾਠ ਨੂੰ। ਤੇ ਜੇ 10th ਜਿਨ੍ਹਾਂ ਨੇ ਵੀ 10th ਪੰਜਾਬ ਬੋਰਡ PSEB ਤੋਂ ਕੀਤੀ ਹੈ ਤੇ ਵੰਨਗੀ ਪੁਸਤਕ ਵਿੱਚ ਹੈ, ਕਹਾਣੀ ਪੰਜਾਬੀ ਵਿੱਚ ਹੈ। ਤੇ ਹੁਣ ਨੈਕਸਟ ਹੈ ਕੁਐਸਚਨ, ਹੂ ਵਰ ਮਾਨ ਸਿੰਘ ਐਂਡ ਕਰਮ ਸਿੰਘ, ਤੇ ਮਾਨ ਸਿੰਘ ਅਤੇ ਕਰਮ ਸਿੰਘ ਕੌਣ ਸਨ? ਮਾਨ ਸਿੰਘ ਐਂਡ ਕਰਮ ਸਿੰਘ ਵਰ ਸੋਲਜਰਸ ਫਰੋਮ ਪੰਜਾਬ, both of them were in the same regimental center, they were serving together in the battalion on the Burma front, they were friends, ਤੇ ਦੋਵੇਂ ਦੋਸਤ ਸਨ ਤੇ ਪੰਜਾਬ ਵਿੱਚੋਂ ਸਨ, ਦੋਵੇਂ ਫੌਜੀ ਸਨ ਤੇ ਇੱਕੋ ਹੀ ਰੈਜੀਮੈਂਟਲ ਸੈਂਟਰ ਵਿੱਚ ਸੀਗੇ ਤੇ ਉਹਨਾਂ ਦੋਹਾਂ ਦੀ ਡਿਊਟੀ ਲੱਗੀ ਸੀਗੀ ਬਰਮਾ ਫਰੰਟ ਤੇ। What were the designations of Karam Singh and Man Singh in the army, ਤੇ ਉਹਨਾਂ ਦੀ ਕੀ ਡੈਜ਼ਿਗਨੇਸ਼ਨ ਸੀਗੀ, ਕਿਹੜੀ ਪੋਜੀਸ਼ਨ ਸੀਗੀ? ਕਰਮ ਸਿੰਘ was a ਹਵਲਦਾਰ and Man Singh was a ਨਾਇਕ। Where did Man Singh go when he got a few days leave, ਤੇ ਜਦੋਂ ਮਾਨ ਸਿੰਘ ਨੂੰ ਛੁੱਟੀ ਮਿਲੀ ਤਾਂ ਉਹ ਕਿੱਧਰ ਗਿਆ? ਮਾਨ ਸਿੰਘ went to Karam Singh's village ਠੱਠੀ ਖਾਰਾ in ਅੰਮ੍ਰਿਤਸਰ when he got few days leave, ਤੇ ਉਹ ਕਰਮ ਸਿੰਘ ਦੇ ਵਿਲੇਜ ਗਿਆ, ਵਿਲੇਜ ਦਾ ਨਾਂ ਸੀਗਾ ਠੱਠੀ ਖਾਰਾ ਜੋ ਕਿ ਅੰਮ੍ਰਿਤਸਰ ਵਿੱਚ ਸੀਗਾ ਤੇ ਉੱਧਰ ਗਿਆ ਜਦੋਂ ਉਸਨੂੰ ਕਈ ਦਿਨਾਂ ਦੀ ਛੁੱਟੀ ਮਿਲੀ। Who did Man Singh first meet on entering ਕਰਮ ਸਿੰਘ's house, ਤੇ ਜਦੋਂ ਕਰਮ ਸਿੰਘ ਦੇ ਘਰ ਗਿਆ ਸੀਗਾ ਤਾਂ ਕਿਸ ਨੂੰ ਮਿਲਿਆ? ਮਾਨ ਸਿੰਘ ਫਸਟ ਮੈਟ ਕਰਮ ਸਿੰਘ's father, ਤੇ ਉਸਦੇ ਪਿਤਾ ਨੂੰ ਮਿਲਿਆ। Who was ਜਸਵੰਤ ਸਿੰਘ? ਜਸਵੰਤ ਸਿੰਘ ਕੌਣ ਸੀ? ਜਸਵੰਤ ਸਿੰਘ was ਕਰਮ ਸਿੰਘ's younger brother, ਉਸਦਾ ਛੋਟਾ ਭਰਾ ਸੀ। What did Man Singh tell about ਕਰਮ ਸਿੰਘ's family about the latter's war skill, ਤੇ ਮਾਨ ਸਿੰਘ ਨੇ ਕਰਮ ਸਿੰਘ ਦੇ ਘਰਦਿਆਂ ਨੂੰ ਕਰਮ ਸਿੰਘ ਦੀ ਵਾਰ ਸਕਿੱਲਸ ਦੇ ਬਾਰੇ ਕੀ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਵਾਰ ਕਰਦਾ, ਕਿਸ ਤਰ੍ਹਾਂ ਜੰਗ ਲੜਦਾ। ਮਾਨ ਸਿੰਘ told them that ਕਰਮ ਸਿੰਘ was a good crack shot, ਜਿਸਦਾ ਮਤਲਬ ਹੈ ਕਿ ਕਰਮ ਸਿੰਘ ਦਾ ਨਿਸ਼ਾਨਾ ਬਹੁਤ ਤੇਜ਼ ਸੀ।
ਡਿਊਰਿੰਗ ਦਾ ਵਾਰ ਮੈਨੀ ਜੈਪਨੀਜ਼ ਸੋਲਜਰਸ ਵਰ ਸ਼ਾਟ ਡਾਊਨ ਬਾय ਕਰਮ ਸਿੰਘ ਕਿ ਜਦੋਂ ਵਾਰ ਚੱਲ ਰਹੀ ਸੀ ਲੜਾਈ ਚੱਲ ਰਹੀ ਸੀ ਤੇ ਕਾਫੀ ਜਾਪਾਨੀ ਸੋਲਜਰਸ ਨੂੰ ਕਰਮ ਸਿੰਘ ਨੇ ਮਾਰ ਸੁੱਟਿਆ ਸੀ ਵਟ ਵਰਡਸ ਆਫ ਮਾਨ ਸਿੰਘ ਪੀਅਰਸ ਕਰਮ ਸਿੰਘ's father's heart ਵੀ ਕਿਹੜੇ ਸ਼ਬਦ ਮਾਨ ਸਿੰਘ ਦੇ ਕਿਹੜੇ ਸ਼ਬਦਾਂ ਨੇ ਕਰਮ ਸਿੰਘ ਦੇ ਪਿਤਾ ਦਾ ਜਿਹੜਾ ਦਿਲ ਆ ਤੋੜਤਾ ਜਾਂ ਦਿਲ ਦੁਖਾਤਾ Man Singh asked Karam Singh's little son if he would like to go to his father. These words of Man Singh pierced Karam Singh's father's heart since he knew that Karam Singh had already been killed in the war. ਤੇ ਜਦੋਂ ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਬੇਟੇ ਨੂੰ ਜਾਂ ਉਸਦੇ ਪੁੱਤਰ ਨੂੰ ਇਹ ਕਿਹਾ ਕਿ ਤੂੰ ਆਪਣੇ ਪਿਤਾ ਕੋਲ ਜਾਣਾ ਤੇ ਇਹਨਾਂ ਸ਼ਬਦਾਂ ਨੇ ਉਸਦਾ ਦਿਲ ਦੁਖਾ ਦਿੱਤਾ ਕਿਉਂਕਿ ਉਸਨੂੰ ਪਤਾ ਸੀਗਾ ਵੀ ਕਰਮ ਸਿੰਘ ਹੈ ਜਿਹੜਾ ਉਹ ਮਾਰਿਆ ਜਾ ਚੁੱਕਿਆ ਸ਼ਹੀਦ ਹੋ ਚੁੱਕਿਆ ਹਾਊ ਫਾਰ ਵਾਸ ਤਰਨਤਾਰਨ ਫਰੋਮ ਕਰਮ ਸਿੰਘ's ਵਿਲੇਜ ਤੇ ਕਰਮ ਸਿੰਘ ਦੇ ਪਿੰਡ ਤੋਂ ਤਰਨਤਾਰਨ ਕਿੰਨੀ ਦੂਰ ਸੀ ਤਰਨਤਾਰਨ ਵਾਸ ਨੀਅਰਲੀ 4 ਮਾਈਲਸ ਫਰੋਮ ਕਰਮ ਸਿੰਘ's ਵਿਲੇਜ ਆਲਮੋਸਟ 4 ਮੀਲਾਂ ਦੀ ਦੂਰੀ ਤੇ ਸੀ What news did the postman bring? The postman ਕੀ ਖਬਰ ਲੈ ਕੇ ਆਇਆ? The postman brought pension papers of Karam Singh. It showed that Karam Singh was killed in the war. ਤੇ ਉਸਦੇ ਪੈਨਸ਼ਨ ਦੇ ਕਾਗਜ਼ ਲੈ ਕੇ ਆਇਆ ਸੀਗਾ ਤੇ ਜਿਸ ਤੋਂ ਪਤਾ ਲੱਗਿਆ ਵੀ ਕਰਮ ਸਿੰਘ ਜੰਗ ਵਿੱਚ ਮਾਰਿਆ ਜਾ ਚੁੱਕਿਆ ਜਾਂ ਸ਼ਹੀਦ ਹੋ ਚੁੱਕਿਆ what was the effect of Karam Singh's death on Man Singh ਤੇ ਉਸਦੀ ਮੌਤ ਦਾ ਮਾਨ ਸਿੰਘ ਤੇ ਕੀ ਪ੍ਰਭਾਵ ਪਿਆ on hearing the news of the death of Karam Singh Man Singh felt choked his breast and throat ਤੇ his body seized with a sudden numbness ਤੇ choking ਹੋ ਗਈ ਸੀ ਬੋਡੀ ਵਿੱਚ ਉਸਦਾ ਗਲਾ ਵੀ ਚੋਕ ਕਰ ਗਿਆ ਤੇ ਉਹ ਬਿਲਕੁਲ ਨੰਬ ਹੋ ਗਿਆ ਬਿਲਕੁਲ ਸੁੰਨ ਪੈ ਗਿਆ why did the members of Karam Singh's family not break the news of his death to Man Singh ਵੀ ਮਾਨ ਸਿੰਘ ਤੋਂ ਕਰਮ ਸਿੰਘ ਦੇ ਘਰਦਿਆਂ ਨੇ ਉਸਦੀ ਮੌਤ ਦੀ ਗੱਲ ਕਿਉਂ ਛੁਪਾਈ ਤੇ they did not break the news of death of Karam Singh ਤੇ ਉਹਨਾਂ ਨੇ ਕਰਮ ਸਿੰਘ ਦੀ ਡੈਥ ਦੀ ਨਿਊਜ਼ ਨਹੀਂ ਦੱਸੀ ਮਾਨ ਸਿੰਘ ਨੂੰ ਕਿਉਂਕਿ ਉਸਦੀ ਛੁੱਟੀਆਂ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਸਨ ਉਹ ਨਹੀਂ ਚਾਹੁੰਦੇ ਸਨ ਕਿ ਉਸਦੀ ਛੁੱਟੀ ਖਰਾਬ ਹੋ ਜਾਏ Why did Man Singh compare Karam Singh's father to a bull who bore upon his head the burden of the whole earth ਤੇ ਮਾਨ ਸਿੰਘ ਨੂੰ ਇਹ ਕਿਉਂ ਲੱਗਿਆ ਵੀ ਜਿਹੜਾ ਕਰਮ ਸਿੰਘ ਦਾ ਪਿਤਾ ਹੈ ਉਹ ਧਰਤੀ ਹੇਠਲਾ ਬਲਦ ਹੈ ਜਿਸਨੇ ਪੂਰੀ ਧਰਤੀ ਦਾ ਭਾਰ ਚੁੱਕਿਆ ਹੋਇਆ ਤੇ ਇਸ ਦਾ ਆਨਸਰ ਅਸੀਂ ਲਿਖ ਸਕਦੇ ਹਾਂ there is an old myth that the entire earth is supported by a bull beneath the earth ਤੇ ਇਹ ਕਿ ਮੰਨਿਆ ਜਾਂਦਾ ਕਿ ਪੂਰੀ ਧਰਤੀ ਦਾ ਭਾਰ ਇੱਕ ਬਲਦ ਨੇ ਆਪਣੇ ਸਿੰਗਾਂ ਦੇ ਹੇਠਾਂ ਮੀਨਸ ਕਿ ਇੱਕ ਬਲਦ ਨੇ ਪੂਰੀ ਧਰਤੀ ਨੂੰ ਆਪਣੇ ਸਿੰਗਾਂ ਦੇ ਹੇਠਾਂ ਦੇ ਉੱਪਰ ਚੁੱਕਿਆ ਹੋਇਆ ਪੂਰੀ ਧਰਤੀ ਦਾ ਭਾਰ ਉਹ ਇੱਕ ਬਲਦ ਦੇ ਸਿੰਗਾਂ ਤੇ ਹੈ ਕਰਮ ਸਿੰਘ's father was like a bull ਤੇ ਉਸ ਦਾ ਕਰਮ ਸਿੰਘ ਦਾ ਪਿਤਾ ਵੀ ਉਸ ਬੁੱਲ ਦੇ ਬਰਾਬਰ ਸੀਗਾ ਉਸ ਬਲਦ ਦੇ ਬਰਾਬਰ ਸੀ who bore upon his head the burden of whole earth ਜਿਸਨੇ ਪੂਰੀ ਧਰਤੀ ਦਾ ਭਾਰ ਚੁੱਕਿਆ ਹੋਇਆ because he was burdened with his personal loss ਕਿਉਂਕਿ ਪਹਿਲਾਂ ਹੀ ਉਸ ਦੇ ਉੱਪਰ ਆਪਣੇ ਪੁੱਤਰ ਦੀ ਮੌਤ ਦਾ ਭਾਰ ਸੀਗਾ ਤੇ ਪਹਿਲਾਂ ਹੀ ਉਸ ਕਿਹੜੇ ਭਾਰ ਵਿੱਚ ਸੀਗਾ ਆਪਣੇ ਪੁੱਤਰ ਦੀ ਮੌਤ ਦੇ ਭਾਰ ਹੇਠ ਦੱਬਿਆ ਹੋਇਆ ਸੀ ਡੈਥ ਆਫ ਹਿਸ ਸਨ ਐਂਡ was also ready to share other people's burden ਤੇ ਉਹ ਹੋਰਾਂ ਦਾ ਭਾਰ ਵੀ ਦੂਜਿਆਂ ਦਾ ਭਾਰ ਵੀ ਚੁੱਕਣ ਨੂੰ ਤਿਆਰ ਸੀ ਕਿਸ ਗੱਲ ਦਾ ਭਾਰ ਚੁੱਕਣ ਨੂੰ ਤਿਆਰ ਸੀ ਵੀ ਮਾਨ ਸਿੰਘ ਤੋਂ ਕਰਮ ਸਿੰਘ ਦੀ ਮੌਤ ਦੀ ਗੱਲ ਲੁਕਾਉਣ ਦਾ ਭਾਰ ਤੇ ਉਸ ਭਾਰ ਨੂੰ ਵੀ ਚੁੱਕਣ ਲਈ ਤਿਆਰ ਸੀ ਤੇ ਇਸ ਕਰਕੇ ਉਸ ਨੂੰ ਧਰਤੀ ਹੇਠਲਾ ਬਲਦ ਕਿਹਾ ਗਿਆ ਤੇ ਦੋਸਤੋ ਇਹ ਸੀਗੇ ਸੈਕਸ਼ਨ ਸੀ ਦੇ ਸਾਰੇ ਪਾਠਾਂ ਦੇ ਸ਼ਾਰਟ ਕੁਐਸਚਨ ਆਨਸਰ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਸਾਰੇ ਪਾਠ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਤੇ ਲੌਂਗ ਕੁਐਸਚਨ ਵਾਲੀਆਂ ਵੀਡੀਓਜ਼ ਵੀ ਜ਼ਰੂਰ ਦੇਖਣਾ ਇਸ ਤੋਂ ਇਲਾਵਾ ਸਾਡੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਸੈਂਪਲ ਪੇਪਰਸ ਦੀ ਵੀਡੀਓਜ਼ ਵੀ ਪਈਆਂ ਵੀ ਅਪਲੋਡਡ ਹਨ ਸੈਂਪਲ ਪੇਪਰਸ ਦੀ ਵੀਡੀਓ ਤੇ ਉਹਨਾਂ ਵੀਡੀਓਜ਼ ਵੀ ਜ਼ਰੂਰ ਦੇਖੋ ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ